ਪਿਆਰੇ ਦਰਸ਼ਕੋ, ਰਾਬਤਾ ਦੇ ਤੀਜੇ ਇਸ ਸ਼ੋਅ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਪਹਿਲਾਂ ਤਾਂ ਤੁਹਾਡਾ ਹਾਰਦਿਕ ਧੰਨਵਾਦ ਕਿ ਤੁਸੀਂ ਸਾਡੇ ਪਹਿਲੇ ਦੋ ਸ਼ੋਅਜ਼ ਨੂੰ ਬਹੁਤ ਪਿਆਰ ਦਿੱਤਾ ਔਰ ਸਾਨੂੰ ਹੌਸਲਾ ਦਿੱਤਾ, ਸਾਨੂੰ ਬਲ ਦਿੱਤਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਕੰਟੀਨਿਊ ਰੱਖੀਏ, ਇਸ ਪ੍ਰੋਗਰਾਮ ਦੀ ਲਗਾਤਾਰਤਾ ਦੇ ਵਿੱਚ ਇਦਾਂ ਹੀ ਜੁਟੇ ਰਹੀਏ। ਅੱਜ ਦਾ ਜੋ ਪ੍ਰੋਗਰਾਮ ਹੈ, ਇਸ ਪ੍ਰੋਗਰਾਮ ਦੇ ਵਿੱਚ, ਇਸ ਸ਼ੋਅ ਦੇ ਵਿੱਚ ਅਸੀਂ ਜਿਸ ਵਿਦਿਆਰਥਣ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਉਹ ਇੱਕ ਅਜਿਹੇ ਪਰਿਵਾਰ ਦੇ ਵਿੱਚੋਂ ਨਿਕਲੀ ਹੋਈ ਵਿਦਿਆਰਥਣ ਹੈ ਜਿਸ ਨੇ 70% ਅੰਕਾਂ ਦੇ ਨਾਲ ਗ੍ਰੈਜੂਏਸ਼ਨ ਕੀਤੀ ਹੈ ਔਰ ਉਸਦੀ ਪਰਿਵਾਰਕ ਸਥਿਤੀ, ਉਸਦੇ ਪਰਿਵਾਰਕ ਹਾਲਾਤ ਉਹਨਾਂ ਗਰੀਬ ਪਰਿਵਾਰਾਂ ਵਰਗੇ ਆ ਜਿਨ੍ਹਾਂ ਦੀਆਂ ਬੱਚੀਆਂ ਪੜ੍ਹਨੋਂ ਰਹਿ ਜਾਂਦੀਆਂ ਲੇਕਿਨ ਪੜ੍ਹਨਾ ਚਾਹੁੰਦੀਆਂ ਹੁੰਦੀਆਂ। ਤਾਂ ਯੂਨੀਵਰਸਿਟੀ ਕਾਲਜ ਜੈਤੋ ਆਪਣੇ ਆਪ ਦੇ ਵਿੱਚ ਅਜਿਹੀਆਂ ਵਿਦਿਆਰਥਣਾਂ ਲਈ ਵਰਦਾਨ ਸਾਬਤ ਹੋਇਆ, ਅਜਿਹੇ ਬੱਚਿਆਂ ਲਈ ਵਰਦਾਨ ਸਾਬਤ ਹੋਇਆ ਜਿਨ੍ਹਾਂ ਦੀ ਪਹੁੰਚ ਦੇ ਵਿੱਚ ਨਹੀਂ ਸੀ ਹਾਇਰ ਐਜੂਕੇਸ਼ਨ, ਲੇਕਿਨ ਅੱਜ ਉਹ ਹਾਇਰ ਐਜੂਕੇਸ਼ਨ ਹਾਸਲ ਕਰਕੇ ਆਪਣੇ ਕੈਰੀਅਰ ਦੇ ਵਿੱਚ ਅੱਛੇ ਮੁਕਾਮ ਹਾਸਲ ਕਰ ਰਹੇ ਨੇ। ਔਰ ਖਾਸ ਤੌਰ ਤੇ ਲੜਕੀਆਂ, ਮੈਂ ਦੱਸਣਾ ਚਾਹਾਂਗਾ ਕਿ ਯੂਨੀਵਰਸਿਟੀ ਕਾਲਜ ਜੈਤੋ ਦੇ ਵਿੱਚ 60 ਤੋਂ 62% ਲੜਕੀਆਂ ਜਿਹੜੀਆਂ ਉਹ ਸਿੱਖਿਆ ਹਾਸਲ ਕਰਦੀਆਂ ਔਰ ਅਬਾਊਟ 40% ਲੜਕੇ ਜਿਹੜੇ ਆ ਉਹ ਸਿੱਖਿਆ ਹਾਸਲ ਕਰਦੇ ਆ। ਤਾਂ ਇਸ ਕਾਲਜ ਦੀ ਇਹ ਸਭ ਤੋਂ ਵੱਡੀ ਦੇਣ ਹੈ ਕਿ ਇਲਾਕੇ ਦੀਆਂ ਲੜਕੀਆਂ ਜਿਹੜੀਆਂ ਨੇ ਉਹ ਖਾਸ ਤੌਰ ਤੇ ਜਿਹੜੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੇ ਉਹ ਸਰਕਾਰ ਵੱਲੋਂ ਮਿਲਦੀ ਸਕਾਲਰਸ਼ਿਪ ਦੇ ਨਾਲ ਬਿਲਕੁਲ ਫ੍ਰੀ ਐਜੂਕੇਸ਼ਨ ਜਿਹੜੀ ਹੈ ਹਾਸਲ ਕਰ ਰਹੀਆਂ ਨੇ। ਇਹਨਾਂ ਖੁਸ਼ਕਿਸਮਤ ਲੜਕੀਆਂ ਦੇ ਵਿੱਚੋਂ ਸਾਡੀ ਵਿਦਿਆਰਥਣ ਹੈ ਰਾਣੀ, ਜਿਸ ਨੇ ਇਹਨਾਂ ਸਹੂਲਤਾਂ ਦਾ, ਸਰਕਾਰੀ ਸਹੂਲਤਾਂ ਦਾ ਔਰ ਆਪਣੇ ਸ਼ਹਿਰ 'ਚ ਖੁੱਲੇ ਕਾਲਜ ਦਾ ਫਾਇਦਾ ਉਠਾਇਆ ਔਰ ਬੜੇ ਅੱਛੇ ਅੰਕਾਂ ਨਾਲ ਗ੍ਰੈਜੂਏਸ਼ਨ ਕੀਤੀ ਹੈ। ਇਸ ਵਿਦਿਆਰਥਣ ਨੂੰ ਮਿਲਾਉਣ ਲਈ ਅਸੀਂ ਇੱਕ ਸ਼ਖਸੀਅਤ ਨੂੰ ਚੁਣਿਆ, ਉਹ ਨੇ ਡਾਕਟਰ ਸਮਰਾਟ ਖੰਨਾ। ਸਾਡੇ ਇਸ ਪ੍ਰੋਗਰਾਮ ਦੇ ਤੁਸੀਂ ਕਹਿ ਸਕਦੇ ਹੋ ਕਿ ਦੋ ਕਾਰਜ ਹੋ ਸਕਦੇ ਆ। ਇੱਕ ਤਾਂ ਅਸੀਂ ਆਪਣਾ ਖੂਬਸੂਰਤ ਵਿਦਿਆਰਥੀ, ਆਪਣਾ ਅੱਛਾ ਵਿਦਿਆਰਥੀ, ਆਪਣਾ ਹੋਣਹਾਰ ਵਿਦਿਆਰਥੀ ਤੁਹਾਡੇ ਸਾਹਮਣੇ ਲਿਆ ਸਕੀਏ, ਉਹਦੇ ਨਾਲ ਹੀ ਸਾਡਾ ਇੱਕ ਕਾਬਲ ਅਧਿਆਪਕ ਜਿਹੜਾ ਹੈ ਉਸ ਤੋਂ ਵੀ ਤੁਹਾਨੂੰ ਜਾਣੂ ਕਰਵਾ ਸਕੀਏ, ਉਸਦੀ ਸ਼ਖਸੀਅਤ ਤੋਂ ਵੀ ਤੁਹਾਨੂੰ ਜਾਣੂ ਕਰਵਾ ਸਕੀਏ। ਡਾਕਟਰ ਸਮਰਾਟ ਖੰਨਾ 2003 ਦੇ ਵਿੱਚ ਆਪਣਾ ਟੀਚਿੰਗ ਕੈਰੀਅਰ ਸ਼ੁਰੂ ਕਰਦੇ ਨੇ। 2004 ਤੇ 2005 ਦੇ ਵਿੱਚ ਲਗਾਤਾਰ 2 ਸਾਲ ਉਹਨਾਂ ਨੇ ਨੈਟ ਦਾ ਵਕਾਰੀ ਐਗਜ਼ਾਮ ਜਿਹੜਾ ਹੈ ਉਹ ਕਰੈਕ ਕੀਤਾ ਔਰ ਇਸ ਤੋਂ ਇਲਾਵਾ ਉਹਨਾਂ ਦੀਆਂ 2 ਕਿਤਾਬਾਂ ਛਪ ਚੁੱਕੀਆਂ ਨੇ, ਜਿਹਦੇ 'ਚ ਇੱਕ ਹੈ ਫੰਡਾਮੈਂਟਲਸ ਆਫ ਕਮਿਊਨੀਕੇਸ਼ਨ ਸਕਿੱਲਸ ਤੇ ਦੂਜੀ ਹੈ ਮਾਡਰਨ ਅਪਰੋਚ ਆਫ ਟੀਚਿੰਗ ਆਫ ਇੰਗਲਿਸ਼। ਇਹ ਬੀਐਡ ਤੇ ਐਮਐਡ ਦੇ ਕੋਰਸਿਸ ਦੇ ਵਿੱਚ ਲੱਗੀਆਂ ਹੋਈਆਂ ਨੇ। ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਪੇਪਰ ਜਿਹੜੇ ਹੈ ਪ੍ਰੈਜ਼ੈਂਟ ਕੀਤੇ ਨੇ ਨੈਸ਼ਨਲ ਔਰ ਇੰਟਰਨੈਸ਼ਨਲ ਸੈਮੀਨਾਰ ਦੇ ਵਿੱਚ। ਐਕਸਟੈਂਸ਼ਨ ਲੈਕਚਰ ਦੇ ਦੇਣ ਵਾਸਤੇ ਉਹ ਬਹੁਤ ਸਾਰੇ ਕਾਲਜਸ ਦੇ ਵਿੱਚ ਜਾਂਦੇ ਰਹੇ ਨੇ। ਇਹ ਉਹਨਾਂ ਦਾ ਇੱਕ ਸ਼ੌਕ ਵੀ ਹੈ ਕਿ ਆਪਣੇ ਵਿਸ਼ੇ ਨੂੰ ਕਿਸ ਤਰ੍ਹਾਂ ਪ੍ਰਮੋਟ ਕੀਤਾ ਜਾਵੇ। ਇਹਦੇ ਨਾਲ ਹੀ ਜਿਹੜੀ ਉਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਹੈ ਉਹਦੇ ਵਿੱਚ ਜਿੱਥੇ ਉਹਨਾਂ ਨੇ ਪਹਿਲਾਂ ਗ੍ਰੈਜੂਏਸ਼ਨ ਪੱਧਰ ਤੇ ਸਾਇੰਸ ਪੜ੍ਹੀ ਹੈ, BSc ਨੇ, BSc ਤੋਂ ਬਾਅਦ MA ਇੰਗਲਿਸ਼ ਦੇ ਉਹ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਨੇ PhD ਜਿਹੜੀ ਹੈ ਉਹ ਮਿਥਸ, ਰਿਐਲਿਟੀ ਐਂਡ ਹਿਸਟਰੀ, ਇਸ ਮੁੱਖ ਥੀਮ ਨੂੰ ਲੈ ਕੇ ਉਹਨਾਂ ਨੇ PhD ਦੀ ਡਿਗਰੀ ਜਿਹੜੀ ਹੈ ਉਹ ਹਾਸਲ ਕੀਤੀ ਹੋਈ ਹੈ। ਪਿਆਰੇ ਦੋਸਤੋ, ਇੱਥੇ ਹੀ ਬਸ ਨਹੀਂ, ਸਾਡਾ ਇਹ ਬਹੁਤ ਹੀ ਵਧੀਆ ਅਧਿਆਪਕ ਸਬਜੈਕਟ ਐਕਸਪਰਟ ਦੇ ਤੌਰ ਤੇ ਵੀ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਹੈ ਗਵਰਨਮੈਂਟ ਪੋਲੀਟੈਕਨਿਕ ਕਾਲਜਸ ਦੇ ਜਿਹੜੇ ਸਿਲੇਬਸ ਬਣਦੇ ਨੇ ਉਸ ਲਈ। ਔਰ ਇਸ ਤੋਂ ਇਲਾਵਾ ਜੋ TGT PGT ਟ੍ਰੇਨਡ ਗ੍ਰੈਜੂਏਟ ਟੀਚਰ, ਪੋਸਟ ਗ੍ਰੈਜੂਏਟ ਟੀਚਰ ਪੰਜਾਬ ਸਰਕਾਰ ਵੱਲੋਂ ਰੱਖੇ ਗਏ, ਉਹਦੇ ਵਿੱਚ ਵੀ ਇੱਕ ਸਬਜੈਕਟ ਐਕਸਪਰਟ ਦੇ ਤੌਰ ਤੇ ਇਹਨਾਂ ਨੇ ਆਪਣੀ ਭੂਮਿਕਾ ਜਿਹੜੀ ਹੈ ਉਹ ਨਿਭਾਈ ਹੈ। ਸੋ ਬਹੁਤ ਸਾਰੀਆਂ ਹੋਰ ਪ੍ਰਾਪਤੀਆਂ ਦੇ ਨਾਲ ਬਹੁਤ ਅੱਛੇ ਕਲਾਕਾਰ ਨੇ, ਬਹੁਤ ਅੱਛੇ ਥੀਏਟਰ ਆਰਟਿਸਟ ਨੇ। ਆਪਣੇ ਗ੍ਰੈਜੂਏਸ਼ਨ ਸਮੇਂ ਦੇ ਦੌਰਾਨ ਕਈ ਨਾਟਕਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ। ਹਿਸਟੋਨਿਕਸ, ਮਿਮਿਕਰੀ ਦੇ ਵਿੱਚ ਵੀ ਉਹਨਾਂ ਦਾ ਬੜਾ ਅੱਛਾ ਮੁਕਾਮ ਹੈ, ਬਹੁਤ ਅੱਛੀਆਂ ਮਿਮਿਕਰੀ ਵੀ ਕਰ ਲੈਂਦੇ ਨੇ। ਸਾਡੇ ਬਹੁਤ ਪਿਆਰੇ ਦੋਸਤ ਨੇ ਡਾਕਟਰ ਸਮਰਾਟ ਖੰਨਾ, ਔਰ ਸਾਡੀ ਖੁਸ਼ਕਿਸਮਤੀ ਹੈ ਕਿ ਉਹ ਸਾਡੇ ਕੁਲੀਗ ਨੇ ਔਰ ਸਾਡੇ ਵਿਦਿਆਰਥੀਆਂ ਦੇ ਉੱਤੇ ਆਪਣਾ ਇੰਪ੍ਰੈਸ਼ਨ ਜਿਹੜਾ ਹੈ ਉਹ ਜਮਾ ਰਹੇ ਨੇ। ਉਹਨਾਂ ਦੀ ਇੱਕ ਹੋਰ ਖਾਸੀਅਤ ਜਿਹੜੀ ਹੈ ਉਹ ਇੱਕ ਜਨੂੰਨ ਜਿਹੜਾ ਉਹਨਾਂ ਨੂੰ ਰਹਿੰਦਾ ਹੈ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਕੋਈ ਟੈਸਟ ਜਿਹੜਾ ਉਹਦੇ ਲਈ ਸੁਜੈਸਟ ਕਰਦਿਆਂ, ਸਿਰਫ ਸੁਜੈਸਟ ਹੀ ਨਾ ਕਰਦਿਆਂ, ਉਹਨੂੰ ਕਿਤਾਬਾਂ ਵੀ ਪ੍ਰੋਵਾਈਡ ਕਰਾ ਦਿਆਂ, ਉਹਨੂੰ ਆਡੀਓ ਵੀਡੀਓ ਵੀ ਪ੍ਰੋਵਾਈਡ ਕਰਾ ਦਿਆਂ। ਇਸ ਤਰ੍ਹਾਂ ਦੇ ਪੈਸ਼ਨ ਨਾਲ ਸਾਡੇ ਸਾਥੀ ਸਾਡੇ ਨਾਲ ਕੰਮ ਕਰ ਰਿਹਾ। ਸੋ ਇਸ ਸ਼ਖਸੀਅਤ ਨੂੰ ਵੀ ਤੁਸੀਂ ਗੱਲ ਕਰਦਿਆਂ ਮਾਣੋਗੇ। ਆਓ ਆਪਾਂ ਚੱਲੀਏ ਡਾਕਟਰ ਸਮਰਾਟ ਖੰਨਾ ਦੇ ਕੋਲ, ਜਿਨ੍ਹਾਂ ਦੇ ਨਾਲ ਕੰਟੈਕਟ 'ਚ ਨੇ ਸਾਡੀ ਬਹੁਤ ਹੀ ਪਿਆਰੀ ਵਿਦਿਆਰਥਣ ਰਾਣੀ। ਆਓ ਚੱਲੀਏ। नमस्कार दोस्तों, आज मैं ਤੁਹਾਡੇ ਸਾਹਮਣੇ ਇੱਕ ਬਹੁਤ ਹੀ ਜ਼ਹੀਨ, ਬਹੁਤ ਹੀ ਅੱਛੀ
ਤੇ ਬਹੁਤ ਹੀ ਜ਼ਿਆਦਾ ਗੁਣੀ ਵਿਦਿਆਰਥੀਆਂ ਨੂੰ ਸਾਡੇ ਸਾਹਮਣੇ ਲੈ ਕੇ ਆਇਆ ਹਾਂ। ਮੈਂ ਤੁਹਾਡਾ ਇੱਕ ਬਹੁਤ ਹੀ ਜ਼ਿਆਦਾ ਨਿੱਘਾ ਸਵਾਗਤ ਕਰਦਾ ਹਾਂ ਤੇ ਇੱਕ ਬਹੁਤ ਹੀ ਪਿਆਰੀ ਬੱਚੀ ਨੂੰ ਤੁਹਾਨੂੰ ਇੰਟਰੋਡਿਊਸ ਕਰਾਉਣ ਜਾ ਰਹੇ ਹਾਂ। ਕਈ ਬੱਚੇ ਕਲਾਸ ਵਿੱਚ ਰੂਮ 'ਚ ਹੁੰਦੇ ਹੈ ਜਿਨ੍ਹਾਂ ਨੂੰ ਆਪਾਂ ਮਿਲਦੇ ਹਾਂ, ਪੜ੍ਹਾਉਂਦੇ ਹਾਂ ਤੇ ਜਿਨ੍ਹਾਂ ਨਾਲ ਰਾਬਤਾ ਕਾਇਮ ਕਰਦੇ ਹਾਂ। ਬਟ ਕੁਝ ਰਾਬਤੇ, ਕੁਝ ਇਹੋ ਜਿਹੇ ਬੌਂਡ, ਕੁਝ ਇਹੋ ਜਿਹੇ ਕਨੈਕਸ਼ਨ ਦਿਲਾਂ ਨੂੰ ਛੂ ਜਾਂਦੇ ਹੈ, ਕਿਉਂਕਿ ਬੱਚੇ ਜਦ ਤੁਹਾਡਾ ਨਾਂ ਰੋਸ਼ਨ ਕਰਦੇ ਹੈ ਤੇ ਤੁਹਾਡਾ ਸੀਨਾ ਗਦਗਦ ਹੋ ਜਾਂਦਾ ਹੈ। ਇਹੋ ਜਿਹੀ ਇੱਕ ਵਿਦਿਆਰਥਣ ਜਿਹਨੇ ਨਾ ਸਿਰਫ ਅਕੈਡਮਿਕਸ ਬਲਕਿ ਕੋ ਕਰਿਕੂਲਰ ਐਕਟੀਵਿਟੀਜ਼ 'ਚ ਬਹੁਤ ਨਾਂ ਖੱਟਿਆ ਹੈ, ਉਹਦਾ ਨਾਮ ਹੈ ਰਾਣੀ। ਉਸ ਰਾਣੀ ਨਾਲ, ਉਸ ਪਿਆਰੇ ਬੱਚੇ ਨਾਲ ਅਸੀਂ ਰੂਬਰੂ ਹੋਣ ਜਾ ਰਹੇ ਹਾਂ ਤੇ ਮੈਂ ਰਾਣੀ ਤੋਂ ਕੁਝ ਸਵਾਲ ਪੁੱਛਾਂਗਾ ਤੇ ਰਾਣੀ ਉਹਦਾ ਬਖੂਬੀ ਆਨਸਰ ਦੇ ਸਕਦੀ ਹੈ। ਜੋ ਉਹਦੇ ਦਿਲ 'ਚ ਲੱਗਦਾ ਹੈ, ਜੋ ਸੱਚੀ ਸੁੱਚੀ ਉਹਦੀ ਗੱਲ ਹੈ, ਉਹ ਤੁਹਾਡੇ ਸਾਹਮਣੇ ਰੱਖੇਗੀ। ਤੇ ਜਿਹੜੇ ਦਰਸ਼ਕ ਇਸ ਇੰਟਰਵਿਊ ਸੈਸ਼ਨ ਨੂੰ ਦੇਖ ਰਹੇ ਹੈ, ਉਹ ਪਲੀਜ਼ ਗੱਲ ਧਿਆਨ ਦੇਣ ਕਿ ਵੀ ਆ ਇੱਕ ਪ੍ਰੇਰਨਾ ਸਰੋਤ ਹੈ, ਆ ਇੱਕ ਗੱਲ ਮੋਟੀਵੇਸ਼ਨਲ ਹੈ ਕਿ ਜਿਹੜੀ ਗੱਲ ਉਹ ਦੱਸ ਰਹੀ ਹੈ ਉਹ ਸਾਡੀ ਜ਼ਿੰਦਗੀ ਵਾਸਤੇ ਵੀ ਇੱਕ, ਜਾਂ ਫਿਰ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਉਹਨਾਂ ਦੀ ਜ਼ਿੰਦਗੀ ਵਾਸਤੇ ਵੀ ਜੁੜੀ ਹੋਈ ਹੈ। ਸੋ ਮੈਂ ਪਹਿਲਾ ਸਵਾਲ ਰਾਣੀ ਨੂੰ ਪੁੱਛਣਾ ਚਾਹੁੰਦਾ। ਪਹਿਲੇ ਤੇ ਰਾਣੀ, ਜੀ ਆਇਆਂ ਨੂੰ। ਜੀ ਆਇਆਂ ਨੂੰ। ਵੈਰੀ ਗੁੱਡ ਥੈਂਕ ਯੂ ਸਰ। ਈਵਨਿੰਗ। ਰਾਣੀ, ਮੈਂ ਪਹਿਲੀ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਵੀ ਤੁਸੀਂ ਇਸ ਕਾਲਜ ਵਿੱਚ ਆਉਣ ਤੋਂ ਪਹਿਲੇ ਆਪਣੀ ਸਕੂਲਿੰਗ ਤੇ ਆਪਣੀ ਫੈਮਿਲੀ ਬੈਕਗ੍ਰਾਉਂਡ ਬਾਰੇ ਕੁਝ ਸਾਨੂੰ ਦੱਸੋਗੇ? ਹਾਂਜੀ ਸਰ। एक्चुअली सर, मेरी जो फैमिली है बहुत ही गरीब फैमिली है। गरीब जी फैमिली तो बिलोंग करती है मैं। मेरे जो पापा ने मोची का काम करते हैं, मेरे माता जी होम मेकर ने। और मेरी जो स्कूलिंग लाइफ है बहुत ही डिफिकल्टीज भरी रही है। मैनू कदे उम्मीद नहीं सी कदे कि मैं 10th तो भी ऊपर जा सकांगी, क्योंकि ना सिर्फ इकोनॉमिकली मेरी जो हालत है वो थोड़ी वीक सी, ਉਹਦੇ ਕਰਕੇ ਮੈਨੂੰ ਕਦੇ ਲੱਗਦਾ ਨਹੀਂ ਸੀ ਮੈਂ ਪਲੱਸ 2 ਵੀ ਪਾਸ ਕਰਾਂਗੀ। मेरे जो स्कूलिंग लाइफ के टीचर्स ने, मेरे जो दुग्गल सर ने इंग्लिश टीचर, या मेरे प्रिंसीपल जो टीचर्स ने उन्होंने सारे टीचर्स ने मेरी इकोनॉमिकली बहुत हेल्प की। उन्होंने का कहना सी कि यह स्टूडेंट है जो एक लीडरशिप ਦੇ ਵਿੱਚ ਬਹੁਤ ਅੱਗੇ ਆ ਸਕਦੀ ਹੈ, ਬਹੁਤ ਹੀ ਵਧੀਆ ਢੰਗ ਨਾਲ ਬੋਲਦੀ ਹੈ ਤੇ ਨਾਲ ਹੀ ਪੜ੍ਹਾਈ ਦੇ ਵਿੱਚ ਵੀ ਬਹੁਤ ਅੱਗੇ ਹੈ। ਇਸ ਲਈ ਉਹਨਾਂ ਨੇ ਹਮੇਸ਼ਾ ਹੀ ਮੇਰੀ ਹਰ ਪੱਖੋਂ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਹੀ ਸਦਕੇ ਮੈਂ ਪਲੱਸ 2 ਤੱਕ ਦੀ ਆਪਣੀ ਵਿੱਦਿਆ ਪ੍ਰਾਪਤ ਕਰ ਸਕੀ। ਹਾਂ ਰਾਣੀ, ਇੰਨੇ ਸਾਰੇ ਕਾਲਜ ਆਲੇ ਦੁਆਲੇ ਸੀਗੇ ਜੋ ਕਿ ਬਹੁਤ ਮਸ਼ਹੂਰ established ਕਾਲਜਿਸ ਸੀਗੇ ਤੇ ਯੂਨੀਵਰਸਿਟੀ ਕਾਲਜ ਜਦ ਤੋਂ ਹਜੀ ਕਾਫੀ ਸਾਲ ਨਹੀਂ ਹੋਏ ਸੀਗੇ ਉਹਨੂੰ ਖੁੱਲੇ ਨੂੰ, ਤੇ ਇਸ ਤਰ੍ਹਾਂ ਤੁਸੀਂ ਕਿਵੇਂ ਸੋਚਿਆ ਕਿ ਯੂਨੀਵਰਸਿਟੀ ਕਾਲਜ ਜੈਤੋਂ ਹੀ ਦਾਖਲਾ ਲਿੱਤਾ ਜਾਏ? ਸਰ, ਇਹਦੇ ਬਾਰੇ ਮੈਂ ਪਹਿਲਾਂ ਆਪਣੇ ਕਿਸੇ ਟੀਚਰਸ ਨਾਲ ਅਟੈਚ ਹੋਈ। ਉਹਨਾਂ ਨੇ ਮੈਨੂੰ ਦੱਸਿਆ ਕਿ ਆਪਣੇ ਜੈਤੋ ਦੇ ਵਿੱਚ ਇੱਕ ਕਾਲਜ ਖੁੱਲ ਚੁੱਕਿਆ ਹੈ। ਮੈਨੂੰ ਲੱਗਦਾ ਸੀ ਨਹੀਂ, ਏਦਾਂ ਹੀ ਆਪਣਾ ਛੋਟਾ ਜਿਹਾ ਕਸਬਾ ਹੈ, ਛੋਟਾ ਜਿਹਾ ਕਾਲਜ ਹੋਏਗਾ, ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਏਗਾ ਇਹਦੇ ਵਿੱਚ, ਜਾਂ ਕੋਈ ਜ਼ਿਆਦਾ ਫੈਸਿਲਿਟੀਜ਼ ਨਹੀਂ ਹੋਣਗੀਆਂ। ਮੈਂ ਵੀ ਬਠਿੰਡੇ ਜਾਣ ਬਾਰੇ ਸੋਚਿਆ, ਪਰ ਮੇਰੇ ਹੋਰ ਕੋਈ ਟੀਚਰਸ ਜਾਂ ਜੋ ਮੇਰੇ ਆਂਢ ਗੁਆਂਢ ਦੇ ਵਿੱਚ ਸਟੂਡੈਂਟਸ ਪੜ੍ਹਨ ਵਾਲੇ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਨਹੀਂ, ਤੁਹਾਡੀ ਇਹ ਸੋਚ ਗਲਤ ਹੈ, ਤੁਸੀਂ ਕਾਲਜ ਦੇ ਵਿੱਚ ਜਾ ਕੇ ਵਿਜ਼ਿਟ ਕਰੋ, ਤੁਹਾਨੂੰ ਪਤਾ ਚੱਲੇਗਾ ਕਿ ਇੱਥੋਂ ਦੇ ਜੋ ਟੀਚਰਸ ਨੇ ਬਹੁਤ ਹੀ ਵਧੀਆ ਨੇ ਪੜ੍ਹਾਉਣ ਦੇ ਵਿੱਚ, ਬਹੁਤ ਮਿਹਨਤੀ ਨੇ। ਇੱਥੋਂ ਦਾ ਡਿਸਿਪਲਿਨ ਜੋ ਰੂਲ ਹੈ ਬਹੁਤ ਹੀ ਵਧੀਆ ਹੈ। ਐਕਚੁਅਲੀ ਜਦੋਂ ਮੈਂ ਫਸਟ ਟਾਈਮ ਆਈ ਇਸ ਕਾਲਜ ਦੇ ਵਿੱਚ, ਜਦੋਂ ਮੈਂ ਦੇਖਿਆ, ਮੈਨੂੰ ਲੱਗਦਾ ਨਹੀਂ ਸੀਗਾ ਵੀ ਮੈਂ ਇੱਥੇ ਐਡਮਿਸ਼ਨ ਲਵਾਂਗੀ, ਪਰ ਪਹਿਲੇ ਹੀ ਦਿਨ ਮੈਂ ਵੇਖ ਕੇ ਹੈਰਾਨ ਹੋ ਗਈ ਕਿ ਟੀਚਰਸ ਨੇ ਜੋ ਬਹੁਤ ਹੀ ਡਿਸਿਪਲਿਨ ਨੇ, ਉਹ ਆਪਣੀ ਕਲਾਸਿਸ ਲੈ ਰਹੇ ਨੇ। ਹਾਲਾਂਕਿ ਐਡਮਿਸ਼ਨਸ ਚੱਲ ਰਹੀਆਂ ਨੇ, ਪਰ ਉਹ ਬੈਕ ਈਅਰ ਸਟੂਡੈਂਟਸ, ਜੋ ਫਾਈਨਲ ਈਅਰ ਸਟੂਡੈਂਟਸ ਨੇ, ਉਹਨਾਂ ਦੀ ਕਲਾਸਿਸ ਲੈ ਰਹੇ ਨੇ। ਮੈਨੂੰ ਉੱਥੋਂ ਦੇਖ ਕੇ ਬਹੁਤ ਮੋਟੀਵੇਟ ਹੋਈ ਮੈਂ ਕਿ ਹਾਂ, ਉਹ ਟੀਚਰਸ ਬਹੁਤ ਹੀ ਮਿਹਨਤੀ ਨੇ, ਅੱਗੇ ਵੀ ਮੇਰੀ ਵੀ ਪੜ੍ਹਾਈ ਏਦਾਂ ਹੀ ਵਧੀਆ ਰਹੇਗੀ। ਇਸ ਲਈ ਮੈਂ ਸੋਚਿਆ ਕਿ ਮੈਂ ਇਸੇ ਹੀ ਕਾਲਜ ਵਿੱਚ ਐਡਮਿਸ਼ਨ ਲੈਣਾ ਹੈ। ਵੈਰੀ ਗੁੱਡ। ਰਾਣੀ, ਮੈਂ ਪੁੱਛਣਾ ਚਾਹਾਂਗਾ ਕਿ ਵੀ ਇਸ ਕਾਲਜ ਵਿੱਚ ਤੁਸੀਂ ਕੀ ਫੀਲ ਕਰਦੇ ਹੋ ਕਿ ਵੀ ਕੁੜੀਆਂ ਵਾਸਤੇ ਕਿਹੋ ਜਿਹਾ ਮਾਹੌਲ ਹੈ, ਤੇ ਜਿਹੜੇ ਬੱਚੇ ਹਿਊਮੈਨਿਟੀਜ਼ ਪੜ੍ਹ ਰਹੇ ਹੈ, ਜਿਵੇਂ ਤੁਸੀਂ ਵੀ ਹਿਊਮੈਨਿਟੀਜ਼ ਸਬਜੈਕਟ ਸਟਰੀਮ ਆਪਟ ਕੀਤੀ, ਤੇ ਹਿਊਮੈਨਿਟੀਜ਼ ਦਾ ਕੀ ਸਕੋਪ ਹੈ, ਤੇ ਕੁੜੀਆਂ ਵਾਸਤੇ ਕਿਹੋ ਜਿਹਾ ਮਾਹੌਲ ਹੈ ਇਸ ਕਾਲਜ ਵਿੱਚ? ਸਰ, ਜਦੋਂ ਮੈਂ ਮਤਲਬ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਆਈ, ਮੈਨੂੰ ਲੱਗਦਾ ਸੀ ਮੈਂ ਕੁੜੀਆਂ ਵਾਲੇ ਸਕੂਲ ਚੋਂ ਨਿਕਲੀ ਹਾਂ, ਕਿਉਂਕਿ ਮੈਂ ਇੱਕ ਗਰਲਜ਼ ਸਕੂਲ ਦੇ ਵਿੱਚ ਪੜ੍ਹੀ ਹੋਈ ਹਾਂ। ਮੈਨੂੰ ਕਦੇ ਵੀ ਫੀਲ ਨਹੀਂ ਹੁੰਦਾ ਸੀ ਕਿ ਮੈਂ ਮੁੰਡਿਆਂ ਨਾਲ ਪੜ੍ਹ ਸਕਦੀ ਹਾਂ। ਇਹ ਹਮੇਸ਼ਾ ਇੱਕ ਸੋਚ ਬਣੀ ਹੋਈ ਸੀ। ਪਰ ਜਦੋਂ ਮੈਂ ਇਸ ਕਾਲਜ ਦੇ ਵਿੱਚ ਆਈ, ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਕੋਐਡ ਕਲਾਸਿਸ ਹੁੰਦੀ ਸੀ ਬॉयਜ਼ ਦੇ ਨਾਲ, ਮੈਨੂੰ ਹਮੇਸ਼ਾ ਹੀ ਮਤਲਬ ਪਹਿਲੇ ਹੀ ਦਿਨ ਤੋਂ ਇਹ ਸੋਚ ਹੀ ਮੇਰੀ ਖਤਮ ਹੋ ਗਈ ਕਿ ਮੁੰਡਿਆਂ ਨਾਲ ਪੜ੍ਹਨਾ ਬਹੁਤ ਮੁਸ਼ਕਿਲ ਹੈ। ਤੇ ਦੂਸਰੀ ਗੱਲ, ਮੇਰਾ ਜਿਹੜਾ ਹੌਸਲਾ ਬਹੁਤ ਜ਼ਿਆਦਾ ਵੱਧ ਗਿਆ, ਕਿਉਂਕਿ ਜੋ ਟੀਚਰਸ ਨੇ ਉਹ ਕੁੜੀਆਂ ਨਾਲ ਪਰਸਨਲੀ ਗੱਲ ਕਰਦੇ ਨੇ, ਪਰਸਨਲੀ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਦੇ ਨੇ ਉਹਨਾਂ ਦੀ। ਮੈਂ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਨਾ ਚਾਹੂੰਗੀ। ਇੱਕ ਵਾਰ ਕੀ ਹੋ ਰਿਹਾ ਸੀ, ਸਾਡੇ ਉੱਪਰ ਇੱਕ ਪ੍ਰੋਗਰਾਮ ਹੈ, ਇੱਕ ਚੱਲ ਰਿਹਾ ਸੀ, ਉਹਦੇ ਵਿੱਚ ਬॉयਜ਼ ਤੇ ਗਰਲਜ਼ ਨੂੰ ਲੈ ਕੇ ਡਿਬੇਟ ਚੱਲ ਰਹੀ ਸੀ। ਉਹਦੇ ਵਿੱਚ ਮੈਂ ਥੋੜਾ ਡਰ ਗਈ, ਮੈਂ ਕਿਹਾ ਪਤਾ ਨਹੀਂ ਕਿੱਦਾਂ ਬੋਲਣਾ ਹੋਏਗਾ, ਪਰ ਮੇਰੇ ਟੀਚਰਸ ਨੇ ਮੈਨੂੰ ਮੋਟੀਵੇਟ ਕੀਤਾ, ਕਹਿੰਦੇ ਨਹੀਂ ਤੁਸੀਂ ਬੋਲੋ।
ਉਹਨਾਂ ਨੇ ਮੈਨੂੰ ਬੋਲਣ ਲਈ ਮੋਟੀਵੇਟ ਕੀਤਾ ਤੇ ਮੈਂ ਉੱਥੇ ਖੜੀ ਹੋ ਕੇ ਡਿਬੇਟ ਦੇ ਵਿੱਚ ਬੋਲੀ। ਪਹਿਲਾਂ ਮੈਨੂੰ ਲੱਗ ਰਿਹਾ ਸੀ ਮਜ਼ਾਕ ਬਣ ਜਾਏਗਾ ਮੁੰਡਿਆਂ ਦੇ ਸਾਹਮਣੇ, ਬਟ ਨਹੀਂ, ਏਦਾਂ ਦਾ ਕੁਝ ਨਹੀਂ ਹੋਇਆ। ਕੁੜੀਆਂ ਵੀ ਸਭ ਕੁਝ ਕਰ ਸਕਦੀਆਂ ਨੇ ਜੋ ਮੁੰਡੇ ਕਰ ਸਕਦੇ ਨੇ। ਇਸੇ ਲਈ ਮੈਂ ਚਾਹੁੰਦੀ ਹਾਂ ਕਿ ਵੀ ਜਿਹੜੀਆਂ ਕੁੜੀਆਂ ਹਨ ਇਸ ਕਾਲਜ ਦੇ ਵਿੱਚ ਆਉਣ, ਕਿਉਂਕਿ ਇੱਥੇ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ। ਸਾਰੀਆਂ ਹੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ, ਜਿਵੇਂ ਸਪੋਰਟਸ ਗੇਮ ਨੇ, ਐਨਐਸਐਸ ਕੈਂਪ ਨੇ ਜਾਂ ਯੂਥ ਫੈਸਟੀਵਲ ਹੈ, ਹਰ ਇੱਕ ਕੰਪੀਟੀਸ਼ਨ ਦੇ ਵਿੱਚ ਬਰਾਬਰ ਦਾ ਭਾਗੀਦਾਰੀ ਬਣਾਇਆ ਜਾਂਦਾ ਹੈ। ਵੈਰੀ ਗੁੱਡ। ਰਾਣੀ, ਤੁਸੀਂ ਟੀਚਰਸ ਦੀ ਗੱਲ ਇੱਥੇ ਕੀਤੀ। ਮੈਂ ਹੁਣ ਵੈਸੇ ਤੇ ਹਰ ਟੀਚਰ ਹੀ ਆਪਣੀ ਆਪਣੀ ਭੂਮਿਕਾ ਇੱਕ ਬੱਚੇ ਦੀ ਲਾਈਫ ਵਿੱਚ ਨਿਭਾਉਂਦਾ ਹੈ, ਲੇਕਿਨ ਕੋਈ ਇਹੋ ਜਿਹਾ ਟੀਚਰ, ਕੋਈ ਇਹੋ ਜਿਹਾ ਅਧਿਆਪਕ ਜਿਹਨੇ ਤੁਹਾਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਤੁਸੀਂ ਉਹਦੇ ਵਾਂਗ ਬਣਨ ਦੀ ਕੋਸ਼ਿਸ਼ ਕੀਤੀ, ਜਾਂ ਫਿਰ ਸੋਚਦੇ ਹੋ ਕਿ ਵੀ ਜ਼ਿੰਦਗੀ 'ਚ ਜੇ ਕੁਝ ਤੁਸੀਂ ਹਾਸਲ ਕਰੋਗੇ ਤੇ ਉਸ ਟੀਚਰ ਵਾਂਗ ਤਰੱਕੀ ਕਰੋਗੇ, ਜਾਂ ਉਸ ਟੀਚਰ ਨੇ ਤੁਹਾਨੂੰ ਇੰਨਾ ਮੋਟੀਵੇਟ ਕੀਤਾ ਤੁਸੀਂ ਕੋਈ ਟੈਸਟ ਦੇਣ ਵਾਸਤੇ ਕੋਈ ਤਿਆਰੀ ਕੀਤੀ ਜਾਂ ਆਪਣੇ ਆਪ ਨੂੰ ਤਿਆਰ ਕੀਤਾ ਕਿ ਵੀ ਤੁਸੀਂ ਲਾਈਫ ਵਿੱਚ ਅੱਗੇ ਵੱਧ ਸਕੋ? ਐਕਚੁਅਲੀ ਸਰ, ਮੇਰੀ ਲਾਈਫ ਦੇ ਵਿੱਚ ਮੇਰੇ ਜੋ ਮੋਟੀਵੇਟ ਰਹੇ ਨੇ ਜਾਂ ਜੋ ਜਿਨ੍ਹਾਂ ਨੇ ਮੈਨੂੰ ਜਾਗਰੂਕ ਕੀਤਾ ਹਰ ਖਿੱਤੇ ਦੇ ਵਿੱਚ, ਉਹ ਨੇ ਰੂਪ ਕਮਲ ਮੈਮ, ਜੋ ਸੋਸ਼ੀਓਲੋਜੀ ਦੇ ਟੀਚਰ ਸੀ। ਐਕਚੁਅਲੀ ਉਹਨਾਂ ਦਾ ਹੁਣ ਤਬਾਦਲਾ ਹੋ ਚੁੱਕਾ ਹੈ। ਉਹ ਜੀ। ਬਹੁਤ ਹੀ ਹੋਣਹਾਰ ਟੀਚਰ, ਬਹੁਤ ਹੀ ਵਧੀਆ ਟੀਚਰ ਨੇ। ਉਹਨਾਂ ਨੇ ਸਾਨੂੰ ਹਮੇਸ਼ਾ ਹੀ ਸੋਸ਼ਲੀ ਇੰਟਰੈਕਟ ਕੀਤਾ। ਉਹ ਸਾਨੂੰ ਹਮੇਸ਼ਾ ਹੀ ਕਲਾਸ ਦੇ ਵਿੱਚ ਨਾ ਸਿਰਫ ਆਪਣੇ ਸਬਜੈਕਟ ਪੜ੍ਹਾਇਆ ਕਰਦੇ ਸਨ, ਬਲਕਿ ਐਨਐਸਐਸ ਕੈਂਪ ਬਾਰੇ ਜਾਂ ਸਾਨੂੰ ਦੱਸਦੇ ਸਨ ਕਿ ਤੁਸੀਂ ਸੋਸ਼ਲੀ ਕਿਵੇਂ ਲੋਕਾਂ ਦੀ ਹੈਲਪ ਕਰ ਸਕਦੇ ਹੋ। ਤੇ ਉਹਨਾਂ ਨੇ ਸਾਨੂੰ ਅੱਗੇ ਗਾਈਡ ਕੀਤਾ ਕਿ ਤੁਸੀਂ ਅੱਗੇ ਦੀ ਸਟੱਡੀ, ਅੱਗੇ ਦੀ ਪੜ੍ਹਾਈ ਕਿੱਦਾਂ ਪੂਰੀ ਕਰ ਸਕਦੇ ਹੋ ਤੇ ਸਾਡੇ ਵਾਂਗੂ ਬਣ ਸਕਦੇ ਹੋ। ਵੈਰੀ ਗੁੱਡ। ਇਹਦੇ ਵਿੱਚ ਜੋ ਮੈਂ ਐਡ ਕਰਨਾ ਚਾਹੂੰਗੀ, ਮੈਂ ਵੀ ਇੱਕ ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ, ਐਸਐਸਸੀ ਐਗਜ਼ਾਮ ਦੀ। ਉਹਦੇ ਲਈ ਮਤਲਬ ਕਿ ਮੇਰੇ ਟੀਚਰਸ ਨੇ ਮੈਨੂੰ ਗਾਈਡ ਕੀਤਾ। ਉਹਨਾਂ ਤੋਂ ਹੀ ਮੈਂ ਪ੍ਰਭਾਵਿਤ ਹੋ ਕੇ ਇਸ ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ। ਵੈਰੀ ਗੁੱਡ। ਰਾਣੀ, ਮੈਂ ਆ ਪੁੱਛਣਾ ਚਾਹਾਂਗਾ ਕਿ ਤੁਸੀਂ ਗ੍ਰੈਜੂਏਸ਼ਨ 'ਚ ਕਿੰਨੀ ਪਰਸੈਂਟੇਜ ਹਾਸਿਲ ਕੀਤੀ? ਮੇਰੀ ਗ੍ਰੈਜੂਏਸ਼ਨ ਸਰ 70% ਸੀ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਰਾਣੀ, ਜਿਹੜੇ ਦਰਸ਼ਕ, ਜਿਹੜੇ ਬੱਚੇ ਜੋ ਚਾਹਵਾਨ ਹੈ ਇਸ ਕਾਲਜ ਵਿੱਚ ਐਡਮਿਸ਼ਨ ਲੈਣ ਵਾਸਤੇ, ਉਹ ਤੁਹਾਨੂੰ ਸੁਣ ਰਹੇ ਨੇ ਤੇ ਉਹ ਜਾਨਣਾ ਚਾਹੁੰਦੇ ਆ ਕਿ ਵੀ ਤੁਸੀਂ ਆਪਣੀ ਇੰਨੇ ਵਧੀਆ ਨੰਬਰਾਂ ਨਾਲ ਜੋ ਪੜ੍ਹਾਈ ਕੀਤੀ, ਤੁਹਾਡਾ ਕਿਵੇਂ ਸ਼ਡਿਊਲ, ਤੁਸੀਂ ਕਿਵੇਂ ਆਪਣੀ ਪੜ੍ਹਾਈ ਸ਼ਡਿਊਲ ਕਰਦੇ ਸੀ, ਕਿਵੇਂ ਆਪਣੇ ਆਪ ਨੂੰ ਆਰਗੇਨਾਈਜ਼ ਕਰਦੇ ਸੀਗੇ, ਕਿ ਕਿਸ ਤਰ੍ਹਾਂ ਤੁਸੀਂ ਪੜ੍ਹਾਈ ਕਰਦੇ, ਕਿਹੜੀ ਕਿਹੜੀ ਕਿਤਾਬ ਪੜ੍ਹਦੇ, ਜਾਂ ਫਿਰ ਕਿਸ ਤਰ੍ਹਾਂ ਤੁਸੀਂ ਆਪਣਾ ਟਾਈਮ ਟੇਬਲ ਬਣਾਇਆ ਹੋਇਆ ਸੀਗਾ? ਕਿਉਂਕਿ ਆਹ ਸਾਰੀਆਂ ਗੱਲਾਂ ਤੋਂ ਬੱਚੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ, ਕਿਉਂਕਿ ਤੁਸੀਂ ਕਿਸੇ ਨਾ ਕਿਸੇ ਹੱਦ ਤੱਕ, ਜਿਵੇਂ ਇੱਕ ਅਧਿਆਪਕ ਇੱਕ ਰੋਲ ਮਾਡਲ ਹੁੰਦਾ ਹੈ, ਤੇ ਇੱਕ ਜਿਹੜਾ ਐਕਸ ਸਟੂਡੈਂਟ ਹੁੰਦਾ ਹੈ ਪਾਸ ਆਊਟ, ਜਿਹਨੇ ਕੋਈ ਉਪਲਬਧੀ ਹਾਸਿਲ ਕੀਤੀ ਹੁੰਦੀ ਹੈ, ਉਹ ਵੀ ਬਾਕੀ ਬੱਚਿਆਂ ਵਾਸਤੇ ਇੱਕ ਚਾਨਣ ਮੁਨਾਰੇ ਵਰਗਾ ਕੰਮ ਕਰਦਾ ਹੈ। ਤੇ ਤੁਸੀਂ ਆਪਣੇ ਆਪ ਨੂੰ ਦੱਸੋ ਕਿ ਵੀ ਤੁਸੀਂ ਕਿਵੇਂ ਆਪਣਾ ਇੱਕ ਟਾਈਮ ਟੇਬਲ ਸ਼ਡਿਊਲ ਬਣਾਇਆ, ਤਾਂ ਕਿ ਬੱਚੇ ਜੋ ਹੈ ਤੁਹਾਨੂੰ ਸੁਣ ਕੇ ਕੁਝ ਨਵੀਂ ਗੱਲ, ਕੁਝ ਨਵੀਂ ਰੀਤ ਚਲਾ ਸਕਣ ਤੇ ਇੱਕ ਨਵਾਂ ਗਿਆਨ ਹਾਸਿਲ ਕਰ ਸਕਣ। ਸਰ ਐਕਚੁਅਲੀ ਜੋ ਮੇਰੇ ਟੀਚਰਸ ਨੇ, ਮੈਂ ਮਤਲਬ ਆਪਣੇ ਟੀਚਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ। ਮੈਂ ਆਪਣੇ ਹੀ ਟੀਚਰ, ਮੈਂ ਤੁਹਾਡੀ ਹੀ ਗੱਲ ਕਰਨਾ ਚਾਹੂੰਗੀ ਐਕਚੁਅਲੀ ਸਰ, ਸਮਰਾਟ ਸਰ ਤੋਂ ਮੈਂ ਬਹੁਤ ਹੀ ਜ਼ਿਆਦਾ ਮੋਟੀਵੇਟ ਹੋਈ ਹਾਂ। ਜਿਹੜਾ ਮੇਰਾ ਸ਼ੁਰੂ ਤੋਂ ਲੈ ਕੇ ਟਾਈਮ ਟੇਬਲ ਸੀ, ਉਹ ਸਮਰਾਟ ਸਰ ਤੋਂ, ਜਿਵੇਂ ਮਤਲਬ ਕਿ ਮੇਰਾ ਪਹਿਲਾ ਲੈਕਚਰ ਹੁੰਦਾ ਸੀ ਉਹ ਇੰਗਲਿਸ਼ ਦਾ ਹੀ ਹੁੰਦਾ ਸੀ। ਉਸ ਤੋਂ ਪਹਿਲਾਂ ਹੀ ਮੈਂ ਮਤਲਬ ਮਾਰਨਿੰਗ ਜਲਦੀ ਉੱਠ ਜਾਣਾ। ਸਰ ਨੇ ਇੱਕ ਗਰੁੱਪ ਬਣਾਇਆ ਹੋਇਆ ਸੀ WhatsApp ਤੇ, ਉਸ ਤੇ ਸਾਨੂੰ ਦੱਸਣਾ ਕਿ ਮਤਲਬ ਕਿ ਤੁਸੀਂ ਕਿੱਦਾਂ ਆਪਣੀ ਪੜ੍ਹਾਈ ਨੂੰ ਮਤਲਬ ਪੂਰੀ ਕਰ ਸਕਦੇ ਹੋ। ਜਦੋਂ ਸਾਡੇ ਹੌਲੀਡੇਜ਼ ਰਹਿੰਦੇ ਸਨ ਜਾਂ ਫਿਰ ਜਦੋਂ ਮਤਲਬ ਵੋਟਾਂ ਦਾ ਟਾਈਮ ਚੱਲਦਾ ਸੀ, ਉਸ ਟਾਈਮ ਸਰ ਬਹੁਤ ਬਿਜ਼ੀ ਰਹਿੰਦੇ ਸੀ। ਉਸ ਟਾਈਮ ਦੇ ਵਿੱਚ ਵੀ ਸਾਨੂੰ ਸਰ ਮੋਟੀਵੇਟ ਕਰਿਆ ਕਰਦੇ ਸਨ। ਸਾਨੂੰ ਗਰੁੱਪ ਦੇ ਵਿੱਚ ਹੀ ਟਾਈਮ ਦੱਸਿਆ ਕਰਦੇ ਸਨ ਵੀ ਇਸ ਟਾਈਮ ਤੇ ਤੁਸੀਂ ਇਹ ਸਟੱਡੀ ਕਰੋ, ਇਹ ਮਤਲਬ ਲੈਕਚਰ ਪੜ੍ਹੋ। ਉਸ ਬਾਰੇ ਨਾਲ ਦੀ ਨਾਲ ਸਾਨੂੰ ਵੀਡੀਓਜ਼ ਵੀ ਬਣਾ ਬਣਾ ਕੇ ਸੈਂਡ ਕਰਿਆ ਕਰਦੇ ਸਨ। ਮਤਲਬ ਸਾਡੇ ਸਰ ਜੋ ਨੇ ਬਹੁਤ ਹੀ ਸਾਡੇ ਲਈ ਹੈਲਪਫੁਲ ਰਹੇ ਨੇ, ਤੇ ਮੈਂ ਖੁਦ ਵੀ ਇਹਦੇ ਪ੍ਰਤੀ ਬਹੁਤ ਹੀ ਜਾਗਰੂਕ ਰਹੀ ਹਾਂ ਸ਼ੁਰੂ ਤੋਂ ਲੈ ਕੇ ਹੀ। ਸੁਬਾਹ ਮਤਲਬ ਉੱਠਣਾ, ਸਟੱਡੀ ਸ਼ੁਰੂ ਕਰਨਾ, ਕਾਲਜ ਆਣਾ, ਕਾਲਜ ਦੇ ਵਿੱਚ ਵੀ ਹਮੇਸ਼ਾ ਡਿਸਿਪਲਿਨ 'ਚ ਰਹਿਣਾ, ਇੱਕ ਇੱਕ ਕਲਾਸ ਨੂੰ ਮੇਨਟੇਨ ਰੱਖਣਾ। ਮੇਰਾ ਦੂਸਰੇ ਸਟੂਡੈਂਟਸ ਨੂੰ ਇਹੀ ਕਹਿਣਾ ਹੋਏਗਾ, ਜਿਹੜੇ ਬੱਚੇ ਐਕਚੁਅਲੀ 'ਚ ਸਿੰਸੀਅਰ ਹੋ ਕੇ ਪੜ੍ਹਨਾ ਚਾਹੁੰਦੇ ਨੇ, ਉਹ ਇਸ ਕਾਲਜ ਦੇ ਵਿੱਚ ਆਉਣ, ਕਿਉਂਕਿ ਇੱਥੇ ਡਿਸਿਪਲਿਨ ਨੂੰ ਬਹੁਤ ਜ਼ਿਆਦਾ ਮੇਨਟੇਨ ਰੱਖਿਆ ਜਾਂਦਾ ਹੈ। ਨਾਲ ਹੀ ਪੜ੍ਹਾਈ ਦੇ ਪੱਖੋਂ ਜੋ ਟੀਚਰਸ ਨੇ ਬਹੁਤ ਹੀ ਜ਼ਿਆਦਾ ਮਿਹਨਤੀ ਨੇ। ਵੈਰੀ ਗੁੱਡ ਰਾਣੀ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਬਹੁਤ ਹੀ ਨਜ਼ਦੀਕ ਤੋਂ ਆਬਜ਼ਰਵ ਕੀਤਾ ਹੈ, ਕਿਉਂਕਿ ਮੈਂ ਤੁਹਾਨੂੰ ਇੱਕ ਇੰਗਲਿਸ਼ ਲਿਟਰੇਚਰ ਸਬਜੈਕਟ ਵੀ ਪੜ੍ਹਾਉਂਦਾ ਸੀਗਾ ਤੁਹਾਡੇ ਇੱਕ ਲਾਜ਼ਮੀ ਵਿਸ਼ੇ ਤੋਂ ਇਲਾਵਾ, ਤੇ ਮੈਂ ਦੇਖਿਆ ਹੈ ਕਿ ਵੀ ਰਾਣੀ ਇੱਕ ਟੈਕ ਸੈਵੀ ਲੜਕੀ ਹੈ। ਰਾਣੀ ਕੋਲ ਮੋਬਾਈਲ ਗੈਜਟ ਜ਼ਰੂਰ ਹੁੰਦਾ ਸੀਗਾ ਤੇ ਉਹ ਉਹਨੂੰ ਬਹੁਤ ਬਖੂਬੀ ਤੇ ਬੜੇ ਹੀ ਧਿਆਨ ਨਾਲ ਤੇ ਬੜੇ ਜੁਡੀਸ਼ੀਅਸਲੀ ਯੂਜ਼ ਕਰਦੀ ਸੀ।
ਮੈਂ ਆ ਗੱਲ ਤੁਹਾਡੇ ਰਾਹੀਂ ਬਾਕੀ ਦਰਸ਼ਕਾਂ ਤੱਕ, ਬਾਕੀ ਬੱਚਿਆਂ ਤੱਕ ਪਹੁੰਚਾਉਣਾ ਚਾਹੂੰਗਾ ਕਿ ਵੀ ਕਿਸ ਤਰ੍ਹਾਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਅਸੀਂ ਆਪਣੇ ਲਾਈਫ ਵਿੱਚ ਬੜੇ ਹੀ ਉਸਾਰੂ ਢੰਗ ਨਾਲ ਕਰ ਸਕਦੇ ਹਾਂ। ਕਿਉਂਕਿ ਆਮ ਤੌਰ ਤੇ ਮੈਂ ਦੇਖਿਆ ਹੈ ਕਿ ਬੱਚਿਆਂ ਕੋਲ ਇਹੋ ਜਿਹੇ ਗੈਜਟਸ ਤੇ ਹੁੰਦੇ ਆ, ਬਟ ਉਹਨਾਂ ਨੂੰ ਇਹਦਾ ਕੋਈ ਅਤਾ ਪਤਾ ਨਹੀਂ ਕਿ ਵੀ ਉਹਨੂੰ ਕਿਸ ਤਰ੍ਹਾਂ ਅਸੀਂ ਕੰਸਟਰਕਟਿਵਲੀ ਯੂਜ਼ ਕਰ ਸਕਦੇ ਹਾਂ। ਤੇ ਜਿਸ ਤਰ੍ਹਾਂ ਤੁਸੀਂ ਆਪਣੀ ਪੜ੍ਹਾਈ ਵਾਸਤੇ ਆ ਗੈਜਟਸ ਨੂੰ ਯੂਜ਼ ਕਰਦੇ ਸੀਗੇ, ਤੋ ਦੋ ਲਾਈਨਸ ਤੁਸੀਂ ਆ ਵੀ ਗੱਲ ਕਹੋਗੇ ਕਿ ਵੀ ਬੱਚੇ ਆ ਗੱਲ ਸਮਝ ਸਕਣ ਕਿ ਵੀ ਇੱਕ ਸਟੂਡੈਂਟ ਨੂੰ ਜੋ ਇਹ ਗੈਜਟਸ ਮਿਲ ਜਾਂਦੇ ਆ ਤੇ ਕਿਸ ਤਰ੍ਹਾਂ ਉਹਦੀ ਇੱਕ ਬੜੀ ਹੀ ਉਸਾਰੂ ਵਰਤੋਂ ਕਰ ਸਕਦਾ ਹੈ। ਸਰ ਐਕਚੁਅਲੀ ਮੈਂ ਇਹਦੇ ਪਿੱਛੋਂ ਦੀ ਇੱਕ ਘਟਨਾ ਦੱਸਣਾ ਚਾਹੁੰਦੀ ਹਾਂ। ਮੇਰੇ ਹੀ ਕਾਲਜ ਦੇ ਵਿੱਚ ਇੱਕ ਡਿਬੇਟ ਚੱਲ ਰਹੀ ਸੀ। ਉਸ ਟਾਈਮ ਮੇਰੇ ਕੋਲ ਵੀ ਕੋਈ ਸਮਾਰਟਫੋਨ ਨਹੀਂ ਸੀ। ਐਕਚੁਅਲੀ ਡਿਬੇਟ ਹੀ ਇਸ ਗੱਲ ਤੇ ਹੋ ਰਹੀ ਸੀ ਵੀ ਕੁੜੀਆਂ ਕੋਲ ਫੋਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਕਿਉਂਕਿ ਬॉयਜ਼ ਨੂੰ ਕੀ ਲੱਗਦਾ ਹੈ ਕਿ ਕੁੜੀਆਂ ਕੋਲ ਜੋ ਫੋਨ ਹੈ ਉਹ ਮਿਸਯੂਜ਼ ਹੀ ਹੁੰਦਾ ਹੈ ਹਮੇਸ਼ਾ। ਬਟ ਮੇਰਾ ਕਹਿਣਾ ਸੀ ਕਿ ਨਹੀਂ, ਜੋ ਕੁੜੀਆਂ ਨੇ ਉਹ ਵੀ ਫੋਨ ਨੂੰ ਸਹੀ ਯੂਜ਼ ਕਰ ਸਕਦੀਆਂ ਨੇ। ਜਦੋਂ ਮੇਰੇ ਕੋਲ ਫੋਨ ਆਇਆ ਮੈਂ ਵੀ ਇਸ ਡਿਬੇਟ ਦੇ ਵਿੱਚ ਬੋਲੀ। ਉਸ ਡਿਬੇਟ ਤੋਂ ਬਾਅਦ ਮੇਰੇ ਫੈਮਿਲੀ ਨੇ ਮੈਨੂੰ ਸਪੋਰਟ ਕੀਤਾ, ਸਪੈਸ਼ਲੀ ਮੈਨੂੰ ਫੋਨ ਦਿਵਾਉਣ ਦੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ। ਹੁਣ ਜੋ ਫੋਨ ਹੈ, ਫੋਨ ਨੂੰ ਮੈਂ ਚਾਹਾਂ ਤੇ ਮਿਸਯੂਜ਼ ਵੀ ਕਰ ਸਕਦੀ ਸੀ, ਬਟ ਨਹੀਂ, ਮੈਂ ਆਪਣੇ ਟੀਚਰਸ ਤੋਂ ਸਿੱਖਿਆ। ਜੋ WhatsApp ਹੈ, WhatsApp ਅੱਜ ਕੱਲ ਪੂਰੀ ਦੁਨੀਆ ਯੂਜ਼ ਕਰ ਰਹੀ ਹੈ, ਪਰ ਮੈਂ ਇਸ WhatsApp ਨੂੰ ਵੀ ਗਲਤ ਯੂਜ਼ ਨਾ ਕਰਕੇ ਬਲਕਿ ਇੱਕ ਚੰਗੇ ਯੂਜ਼ ਲਈ ਯੂਜ਼ ਕੀਤਾ, ਆਪਣੀ ਪੜ੍ਹਾਈ ਪੱਖੋਂ ਯੂਜ਼ ਕੀਤਾ। ਇਸ ਤੋਂ ਇਲਾਵਾ ਮੈਂ ਕੁਛ YouTube ਵੀ ਬਹੁਤ ਲੋਕ ਯੂਜ਼ ਕਰਦੇ ਨੇ। YouTube ਤੇ ਵੀ ਚੰਗੀਆਂ ਵੀਡੀਓਜ਼ ਜੋ ਮੇਰੇ ਟੀਚਰਸ ਵੱਲੋਂ ਸੈਂਡ ਕੀਤੀਆਂ ਜਾਂਦੀਆਂ ਨੇ, ਮੈਂ ਉਹਨਾਂ ਨੂੰ ਵੇਖ ਕੇ ਅੱਗੇ ਮੋਟੀਵੇਟ ਹੋਈ, ਅੱਗੇ ਪੜ੍ਹਾਈ ਕੀਤੀ। ਜੋ ਮੇਰੇ ਕਲਾਸਿਸ ਦੇ ਨੰਬਰਸ ਨੇ, ਬਹੁਤ ਸਾਰੇ ਨੰਬਰਸ ਮੇਰੀ YouTube ਦੀ ਵੀਡੀਓਜ਼ ਕਰਕੇ ਸੀ, ਕਿਉਂਕਿ ਮੈਂ YouTube ਤੇ ਜੋ ਵੀ ਚੰਗੀਆਂ ਵੀਡੀਓਜ਼ ਆਉਂਦੀਆਂ ਨੇ ਉਹਨਾਂ ਨੂੰ ਫੋਲੋ ਕਰਿਆ ਕਰਦੀ ਸੀ, ਨਾਲ ਉਹਨਾਂ ਨੂੰ ਵੇਖਿਆ ਕਰਦੀ ਸੀ। ਇਸ ਲਈ ਮੈਂ ਚਾਹੁੰਦੀ ਹਾਂ ਕਿ ਫੋਨ ਜੋ ਹੈ ਇੱਕ ਚੰਗਾ ਸਾਧਨ ਬਣ ਸਕਦਾ ਹੈ ਇੱਕ ਬੁਰੇ ਸਾਧਨ ਤੋਂ। ਬਹੁਤ ਅੱਛਾ, ਬਹੁਤ ਅੱਛੀ ਗੱਲ ਕਹੀ ਤੁਸੀਂ ਰਾਣੀ। ਮੈਂ ਤੁਹਾਡੀਆਂ ਸਾਰੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਆਪ ਵੀ ਪ੍ਰਭਾਵਿਤ ਹੋਇਆ, ਤੇ ਜਿਹੜੇ ਦਰਸ਼ਕ, ਜਿਹੜੇ ਬੱਚੇ, ਜਿਹੜੇ ਸਾਡੇ ਨਾਲ ਕਨੈਕਟ ਹੋਏ ਆ, ਉਹ ਆ ਗੱਲ ਸੁਣ ਰਹੇ ਆ ਤੇ ਤੁਹਾਡੇ ਤੋਂ ਕਾਫੀ ਗੱਲਾਂ ਸਿੱਖਣਗੇ ਵੀ। ਤੇ ਮੈਂ ਕੁਝ ਗੱਲਾਂ ਅਖੀਰ ਤੇ ਪੁੱਛਣਾ ਚਾਹਾਂਗਾ ਕਿ ਜੇ ਤੁਸੀਂ ਕੁਝ ਇੱਕ ਮੈਸੇਜ ਦੇ ਦਿਓ ਕਿ ਜੇ ਕੋਈ ਬੱਚਾ ਇਸ ਕਾਲਜ ਵਿੱਚ ਐਡਮਿਸ਼ਨ ਲੈਂਦਾ ਹੈ ਤੇ ਉਹਨੂੰ ਕਿਹੜੀਆਂ ਕੁਝ ਮੋਟੀਆਂ ਗੱਲਾਂ ਕੁਝ ਯਾਦ ਰੱਖਣੀਆਂ ਚਾਹੀਦੀਆਂ ਜਿਹੜੀਆਂ ਇਸ ਕਾਲਜ ਵਿੱਚ ਯੂਨੀਕ, ਸਪੈਸ਼ਲ ਤੇ ਐਕਸਕਲੂਸਿਵ ਹੈ, ਜੋ ਕਿ ਤੁਹਾਨੂੰ ਹਮੇਸ਼ਾ ਹੀ ਯਾਦ ਆਉਂਦੀਆਂ ਤੇ ਤੁਸੀਂ ਚਾਹੁੰਦੇ ਹੋ ਕਿ ਵੀ ਹਰ ਬੱਚੇ ਨੂੰ ਇਸ ਗੱਲ ਦਾ ਪਤਾ ਲੱਗੇ, ਕਿਉਂਕਿ ਹਰ ਕਾਲਜ ਦੀ ਇੱਕ ਯੂਨੀਕ ਕੁਆਲਿਟੀ ਹੁੰਦੀ ਹੈ, ਇੱਕ ਇਹੋ ਜਿਹੀ ਯੂਨੀਕਨੈਸ ਹੁੰਦੀ ਹੈ ਜਿਹਨੂੰ ਦੇਖ ਕੇ ਹਰ ਕੋਈ ਕਹਿੰਦਾ ਹੈ ਕਿ ਵੀ ਇਸ ਕਾਲਜ ਵਰਗਾ ਹੋਰ ਕੋਈ ਦੂਸਰਾ ਕਾਲਜ ਨਹੀਂ। ਹਾਂਜੀ ਸਰ, ਐਕਚੁਅਲੀ ਸਰ ਮੈਂ ਇਸ ਕਾਲਜ ਬਾਰੇ ਇਹ ਗੱਲ ਕਰਨਾ ਚਾਹੂੰਗੀ। ਮੇਰੇ ਕਾਲਜ ਦੇ ਵਿੱਚ ਕੀ ਹੈ, ਸਿਰਫ ਅਕਾਦਮਿਕ ਸਿੱਖਿਆ ਨਹੀਂ ਦਿੱਤੀ ਜਾਂਦੀ, ਬਲਕਿ ਆਪਣਾਪਨ, ਆਗਿਆ, ਮਿਲਵਰਤਨ ਦੀ ਭਾਵਨਾ, ਇਹ ਸਾਰੀਆਂ ਚੀਜ਼ਾਂ ਵੀ ਸਿਖਾਈਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਜਿਵੇਂ ਕਿ ਐਨਐਸਐਸ ਕੈਂਪ ਦੇ ਰਾਹੀਂ ਅਸੀਂ ਕੀ ਆ, ਕੋਈ ਵੀ ਗਰੀਬ ਹੈ, ਅਮੀਰ ਹੈ, ਸਾਰੇ ਸਟੂਡੈਂਟਸ ਇੱਕ ਦੂਜੇ ਨਾਲ ਮਿਲਵਰਤਨ ਦੀ ਭਾਵਨਾ ਨਾਲ ਸੇਵਾ ਕਰਦੇ ਨੇ, ਕੰਮ ਕਰਦੇ ਨੇ, ਉਹਨਾਂ ਨੂੰ ਕੋਆਰਡੀਨੇਸ਼ਨ ਬਣਾਉਣ ਦੀ ਭਾਵਨਾ ਆਉਂਦੀ ਹੈ। ਇਸ ਤੋਂ ਇਲਾਵਾ ਜੋ ਇੱਕ ਅਖੰਡ ਪਾਠ ਚਲਾਇਆ ਜਾਂਦਾ ਹੈ, ਉਹਦੇ ਵਿੱਚ ਸੇਵਾ ਕਰਨ ਦਾ ਸਭ ਨੂੰ ਮੌਕਾ ਦਿੱਤਾ ਜਾਂਦਾ ਹੈ। ਮੈਂ ਸਮਝਦੀ ਹਾਂ ਕਿ ਇਹਦੇ ਵਿੱਚ ਨਾ ਸਿਰਫ ਇੱਕ ਆਪਾਂ ਅਖੰਡ ਪਾਠ ਰਾਹੀਂ ਗੁਰੂ ਜੀ ਦੀ ਸੇਵਾ ਕਰਦੇ ਹਾਂ, ਬਲਕਿ ਆਪਣੇ ਅੰਦਰ ਦੇਸ਼ ਸੇਵਾ ਦੀ ਭਾਵਨਾ ਵੀ ਉੱਭਰ ਕੇ ਆਉਂਦੀ ਹੈ। ਮੇਰੇ ਕਾਲਜ ਦੇ ਵਿੱਚ ਇਹ ਸਭ ਤੋਂ ਵਧੀਆ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਚੱਲਦਾ ਰਹਿੰਦਾ ਹੈ ਤੇ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੀ ਰਹਿੰਦਾ ਹੈ। ਜਿਹੜੇ ਬੱਚੇ ਚਾਹੁੰਦੇ ਨੇ ਕਿ ਉਹਨਾਂ ਦਾ ਹੌਸਲਾ ਵਧੇ, ਉਹ ਕੁਛ ਕਰਨ। ਓਕੇ, ਵੈਰੀ ਗੁੱਡ। ਮੈਂ ਲਾਸਟ ਵਿੱਚ ਰਾਣੀ ਤੁਹਾਨੂੰ ਇੱਕ ਸ਼ੁਭ ਇੱਛਾਵਾਂ ਦੇਣ ਦੇ ਨਾਲ ਤੁਹਾਨੂੰ ਇੱਕ ਆ ਵੀ ਗੱਲ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਦੋ ਲਾਈਨਸ ਵਿੱਚ ਵਿਚਾਰ ਪ੍ਰਗਟ ਕਰੋ ਕਿ ਜਿਵੇਂ ਡਾਕਟਰ ਪਰਮਿੰਦਰ ਤੱਗੜ ਨੇ ਇੱਕ ਸਿਲਸਿਲਾ ਚਲਾਇਆ ਹੈ ਜਿਹਦੇ ਵਿੱਚ ਅਸੀਂ ਸਾਡੇ ਪਾਸ ਆਊਟ ਸਟੂਡੈਂਟਸ ਦੇ ਨਾਲ ਕਨੈਕਟ ਕਰ ਰਹੇ ਹਾਂ ਤੇ ਨਵੇਂ ਸਟੂਡੈਂਟਸ ਦੇ ਨਾਲ ਜੁੜ ਰਹੇ ਹਾਂ ਤੁਹਾਡੇ ਰਾਹੀਂ, ਕਿ ਤੁਹਾਨੂੰ ਇਸ ਤਰ੍ਹਾਂ ਦਾ ਸਿਲਸਿਲਾ ਕਿਸ ਤਰ੍ਹਾਂ ਲੱਗਾ ਤੇ ਤੁਸੀਂ ਇਹੋ ਜਿਹੇ ਹੋਰ ਸਿਲਸਿਲੇ ਬਾਰੇ ਜਾਂ ਇਹੋ ਜਿਹੇ ਹੋਰ ਪ੍ਰੋਗਰਾਮਸ ਬਾਰੇ ਜਾਂ ਇਹੋ ਜਿਹੀ ਪ੍ਰੋਗਰਾਮਸ ਦੀ ਕੰਟੀਨਿਊਟੀ ਬਾਰੇ ਕੀ ਕਹਿਣਾ ਚਾਹੋਗੇ ਕਿ ਵੀ ਇਹੋ ਜਿਹੇ ਹੋਣੇ ਚਾਹੀਦੇ, ਜੇ ਹੋਣੇ ਚਾਹੀਦੇ ਤੇ ਇਹਦੇ ਵਿੱਚ ਕੁਝ ਸੁਧਾਰ, ਕੁਝ ਵਿਚਾਰ ਆਪਣੇ ਕਿਰਪਾ ਕਰਕੇ ਪ੍ਰਗਟ ਕਰੋ। ਹਾਂਜੀ ਸਰ, ਐਕਚੁਅਲੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਵੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਹੀ ਰਹਿਣੇ ਚਾਹੀਦੇ ਆ। ਇਹਦੇ ਨਾਲ ਕੀ ਹੈ ਸਰ, ਜਿਹੜਾ ਬੱਚਿਆਂ ਦੇ ਵਿੱਚ ਕੀ ਹੈ, ਹੌਸਲਾ ਅਫਜ਼ਾਈ ਹੁੰਦੀ ਹੈ। ਨਾ ਸਿਰਫ ਬੱਚੇ ਆਪਣੇ ਅੰਦਰੋਂ ਨਿਕਲ ਕੇ ਆਉਂਦੇ ਨੇ, ਬਲਕਿ ਆਪਣੀ ਲਾਈਫ ਦੀਆਂ ਕੰਡੀਸ਼ਨਸ, ਆਪਣੀ ਜੋ ਸਰਕਮਸਟੈਂਸਸ ਜੋ ਉਹਨਾਂ ਨੇ ਦੇਖੇ ਨੇ, ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਕਾਲਜ ਦੇ ਵਿੱਚ ਆਏ ਨੇ ਤੇ ਇਸ ਕਾਲਜ ਨੇ ਉਹਨਾਂ ਨੂੰ ਇੱਕ ਪ੍ਰਗਤੀ ਦਿੱਤੀ ਆ, ਅੱਗੇ ਵਧਣ ਦਾ ਇੱਕ ਮੌਕਾ ਦਿੱਤਾ ਹੈ, ਉਹ ਹੋਰ ਕੋਈ ਕਾਲਜ ਦੇ ਵਿੱਚ ਸ਼ਾਇਦ ਮੈਨੂੰ ਨਹੀਂ ਲੱਗਦਾ ਮਿਲੇਗਾ ਜੋ ਇਸ ਕਾਲਜ ਦੇ ਵਿੱਚ ਮਿਲ ਰਿਹਾ ਹੈ। ਕਿਉਂਕਿ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਉੱਭਰਿਆ ਹੋਇਆ ਕਾਲਜ ਹੈ ਤੇ ਇੱਥੇ ਤੁਹਾਨੂੰ
ਗਰੀਬ ਇਲਾਕੇ ਦੇ ਬੱਚੇ ਜਾਂ ਅਮੀਰ, ਕੋਈ ਵੀ ਮਤਲਬ ਸਭ ਤਰ੍ਹਾਂ ਦੇ ਬੱਚੇ ਤੁਹਾਨੂੰ ਮਿਲ ਜਾਣਗੇ। ਤੇ ਇੱਥੇ ਕੀ ਹੈ, ਸਭ ਤੋਂ ਪਹਿਲਾਂ ਮੈਰਿਟ ਲਿਸਟ ਨੂੰ ਦੇਖਿਆ ਜਾਂਦਾ ਹੈ, ਨਾ ਕਿ ਤੁਹਾਡੀ ਜੋ ਇਕਨੋਮਿਕਲੀ ਸਟੇਜ ਹੈ ਉਸਨੂੰ ਦੇਖਿਆ ਜਾਂਦਾ ਹੈ। ਇਸ ਲਈ ਸਾਰੇ ਹੀ ਬੱਚੇ ਇਸ ਕਾਲਜ ਦੇ ਵਿੱਚ ਆ ਸਕਦੇ ਨੇ। ਵੈਰੀ ਗੁੱਡ। ਰਾਣੀ, ਆ ਸ਼ਬਦਾਂ ਨਾਲ ਮੈਂ ਤੁਹਾਨੂੰ ਬੈਸਟ ਵਿਸ਼ੇਸ ਦਿੰਦਾ ਹੋਇਆ ਇਸ ਇੰਟਰਵਿਊ ਨੂੰ, ਇਸ ਇੰਟਰੈਕਸ਼ਨ ਨੂੰ ਇੱਥੇ ਖਤਮ ਕਰਾਂਗਾ। ਤੇ ਮੈਂ ਇੱਕ ਹੋਰ ਗੱਲ ਵੀ ਕਹਿਣਾ ਚਾਹਾਂਗਾ, ਤੁਸੀਂ ਹੁਣ ਲਾਈਫ ਦੇ ਇੱਕ ਨਵੇਂ ਪੜਾਅ ਵਿੱਚ ਚਲੇ ਗਏ ਹੋ ਤੇ ਯੂ ਹੈਵ ਸਟਾਰਟਡ ਯੂਰ ਨਿਊ ਲਾਈਫ, ਵੈਰੀ ਹੈਪੀ ਮੈਰਿਡ ਲਾਈਫ। ਸੋ ਮੇਰੀਆਂ ਬਹੁਤ ਬੈਸਟ ਵਿਸ਼ੇਸ ਤੇ ਸ਼ੁਭ ਇੱਛਾਵਾਂ ਹੈਗੀਆਂ ਕਿ ਤੁਹਾਡਾ ਇੱਕ ਨਵਾਂ ਜੋ ਲਾਈਫ ਦਾ ਫੇਸ ਹੈ ਆ ਵੀ ਬਹੁਤ ਸੁਖਾਵਾਂ ਤੇ ਬਹੁਤ ਹੀ ਵਧੀਆ ਤੇ ਖੁਸ਼ਨੁਮਾ ਹੋਵੇ। ਤੇ ਆ ਸ਼ਬਦਾਂ ਨਾਲ ਮੈਂ ਤੁਹਾਡਾ ਥੈਂਕਸ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ, ਤੇ ਆਸ਼ਾ ਕਰਦਾ ਹਾਂ ਕਿ ਤੁਹਾਡੀ ਲਾਈਫ ਹਮੇਸ਼ਾ ਹੀ ਬਹੁਤ ਜ਼ਿਆਦਾ ਲੱਕੀ, ਬਹੁਤ ਜ਼ਿਆਦਾ ਸਕਸੈਸਫੁਲ ਰਹੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ।